ਸਟਾਰਟ। ਕਿ ਅਸੀਂ ਇੰਨੇ ਮਜਬੂਰ ਹਾਂ ਕਿ ਤਬਾਹੀ ਵੱਲ ਜਾਂਦੇ ਕਦਮ ਨਹੀਂ ਰੋਕ ਸਕਦੇ। ਪ੍ਰਸ਼ਨ ਚਿੰਨ੍ਹ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ ਕਿਉਂਕਿ ਹਰ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਂਤੀ ਚਾਹੁੰਦੇ ਹਨ। ਡੰਡੀ। ਤਾਂ ਫਿਰ ਉਹਨਾਂ ਦੇ ਕਾਬੂ ਤੋਂ ਬਾਹਰ ਦੀਆਂ ਸ਼ਕਤੀਆਂ ਉਹਨਾਂ ਨੂੰ ਪ੍ਰਤੱਖ ਹੀ ਉਲਟੇ ਪਾਸੇ ਕਿਉਂ ਧੱਕ ਰਹੀਆਂ ਹਨ? ਪ੍ਰਸ਼ਨ ਚਿੰਨ੍ਹ। ਰਾਜਨੀਤੀ ਸ਼ਾਸਤਰੀ ਤੇ ਨੀਤੀਵਾਨ ਰਾਜਨੀਤੀ ਦੀ ਤਕਨੀਕ ਰਾਹੀਂ ਸ਼ਾਂਤੀ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਤਕਨੀਕ ਧਿਆਨ ਨਾਲ ਚੰਗੇ ਸ਼ਬਦਾਂ ਵਿੱਚ ਫਾਰਮੂਲੇ ਤਿਆਰ ਕਰਨਾ ਹੀ ਹੈ। ਡੰਡੀ। ਪਿਛਲੇ 10 ਦਿਨ ਕਾਮਨਵੈਲਥ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਅਮਨ ਦੀ ਸਮੱਸਿਆ ਬਾਰੇ ਘੋਲ ਕੀਤਾ ਹੈ। ਡੰਡੀ। ਅਸੀਂ ਸਾਰੇ ਸੱਚੇ ਦਿਲੋਂ ਸ਼ਾਂਤੀ ਚਾਹੁੰਦੇ ਹਾਂ। ਡੰਡੀ। ਮੈਨੂੰ ਆਸ ਹੈ ਕਿ ਸਾਡੀ ਮਿਹਨਤ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗੀ। ਡੰਡੀ। ਪਰ ਨਿਰੋਲ ਸਿਧਾਂਤਾਂ ਤੋਂ ਇਲਾਵਾ ਕੁਝ ਹੋਰ ਵੀ ਲੋੜ ਹੈ। ਡੰਡੀ। ਅੰਤਰਰਾਸ਼ਟਰੀ ਮਾਮਲਿਆਂ ਵਿੱਚ ਸਾਨੂੰ ਅਮਨ ਲਈ ਜਜ਼ਬੇ ਤੇ ਸੁਲਝੇ ਹੋਏ ਵਤੀਰੇ ਦੀ ਲੋੜ ਹੈ। ਡੰਡੀ। ਬੇਸ਼ੱਕ ਕਈ ਵਾਰ ਸ਼ਾਂਤੀ ਦਾ ਜ਼ਿਕਰ ਨਹੀਂ ਕੀਤਾ ਜਾਂਦਾ, ਫਿਰ ਵੀ ਅਸੀਂ ਅਮਨ ਦੀ ਆਸ ਚਾਹੁੰਦੇ ਹਾਂ, ਜੰਗ ਦੀ ਪੁੱਠ ਨਹੀਂ। ਡੰਡੀ। ਪਰਾ। ਇਸ ਅਮਨ ਦੀ ਆਸ ਵੱਲ ਮੈਂ ਤੁਹਾਡਾ ਤੇ ਆਪਣਾ ਧਿਆਨ ਵਿਸ਼ੇਸ਼ ਕਰਕੇ ਖਿੱਚਣਾ ਚਾਹੁੰਦਾ ਹਾਂ। ਡੰਡੀ। ਅਸੀਂ ਇਸ ਵਕਤ ਇੱਕ ਅੰਤਰਰਾਸ਼ਟਰੀ ਸੰਕਟ ਵਿੱਚ ਗ੍ਰਸੇ ਹਾਂ ਅਤੇ ਸ਼ਾਇਦ ਇਸ ਤੋਂ ਵਡੇਰਾ ਸੰਕਟ ਜੋ ਸਾਡੇ ਸਾਹਮਣੇ ਹੈ ਉਹ ਹੈ ਮਨੁੱਖੀ ਮਨ ਦਾ ਸੰਕਟ। ਡੰਡੀ। ਅਸੀਂ ਇੱਕ ਵਿਸ਼ਾਲ ਸੰਸਕ੍ਰਿਤੀ ਦੀ ਉਸਾਰੀ ਕੀਤੀ ਹੈ ਅਤੇ ਇਸ ਦੀਆਂ ਪ੍ਰਾਪਤੀਆਂ ਵਰਣਨਯੋਗ ਹਨ। ਡੰਡੀ। ਇਸ ਥੋਂ ਭਵਿੱਖਤ ਵਿੱਚ ਵਧੇਰੇ ਪ੍ਰਾਪਤੀਆਂ ਦੀ ਆਸ ਹੈ। ਡੰਡੀ। ਭਾਵੇਂ ਇਹ ਪਦਾਰਥਕ ਪ੍ਰਾਪਤੀਆਂ ਮਹਾਨ ਹਨ, ਪਰ ਅਸੀਂ ਸੰਸਕ੍ਰਿਤੀ ਦੀ ਆਤਮਾ ਤੋਂ ਪਰੇ ਜਾ ਰਹੇ ਜਾਪਦੇ ਹਾਂ। ਡੰਡੀ। ਅਖੀਰ ਸੱਭਿਆਚਾਰ ਤੇ ਸੰਸਕ੍ਰਿਤੀ ਮਨੁੱਖੀ ਮਨ ਤੇ ਉਸਦੇ ਵਿਵਹਾਰ ਉੱਤੇ ਨਿਰਭਰ ਹੈ। ਡੰਡੀ। ਇਹ ਸਾਡੇ ਚੌਗਿਰਦੇ ਦੇ ਭੌਤਿਕ ਪਸਾਰੇ ਉੱਤੇ ਨਿਰਭਰ ਨਹੀਂ। ਡੰਡੀ। ਜੰਗ ਦੇ ਮਹਾਨ ਸਭਤਾ ਸਿਖਾਉਣ ਦੀ ਵਿਧੀ ਰੁਕ ਜਾਂਦੀ ਹੈ ਅਤੇ ਅਸੀਂ ਮਨੁੱਖੀ ਮਨ ਜੰਗਲੀ ਪੜਾਅ ਉੱਤੇ ਵਾਪਸ ਪਹੁੰਚ ਜਾਂਦੇ ਹਾਂ। ਡੰਡੀ। ਕਿ ਅਸੀਂ ਤੇਜ਼ੀ ਨਾਲ ਮਨ ਦੇ ਇਸ ਜੰਗਲੀ ਪੁਣੇ ਵੱਲ ਪਰਤ ਰਹੇ ਹਾਂ। ਪ੍ਰਸ਼ਨ ਚਿੰਨ੍ਹ। ਪੈਰਾ। ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਅਮਨ ਦੀ ਆਬ ਦਾ ਵਿਕਾਸ ਕਰਨਾ ਪਵੇਗਾ ਅਤੇ ਜਿਹੜੇ ਸਾਡੇ ਉੱਤੇ ਸ਼ੱਕ ਕਰਦੇ ਹਨ ਜਾਂ ਸਾਨੂੰ ਆਪਣਾ ਵਿਰੋਧੀ ਸਮਝਦੇ ਹਨ, ਸਾਨੂੰ ਉਹਨਾਂ ਨੂੰ ਵੀ ਜਿੱਤਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੰਡੀ। ਜਿਵੇਂ ਅਸੀਂ ਆਸ ਕਰਦੇ ਹਾਂ ਕਿ ਦੂਜੇ ਸਾਨੂੰ ਸਮਝਣ, ਉਸੇ ਤਰ੍ਹਾਂ ਸਾਨੂੰ ਵੀ ਉਹਨਾਂ ਨੂੰ ਸਮਝਣ ਦਾ ਉਦਮ ਕਰਨਾ ਚਾਹੀਦਾ ਹੈ। ਡੰਡੀ। ਅਸੀਂ ਜੰਗ ਜਾਂ ਧਮਕੀਆਂ ਦੀ ਭਾਸ਼ਾ ਰਾਹੀਂ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੇ। ਡੰਡੀ। ਤੁਹਾਨੂੰ ਉਹ ਸ਼ਾਨਦਾਰ ਮਿਸਾਲ ਯਾਦ ਹੋਵੇਗੀ ਜਿਸ ਦਾ ਇੰਗਲੈਂਡ ਤੇ ਭਾਰਤ ਦੋਹਾਂ ਨੂੰ ਮਾਣ ਹੈ। ਡੰਡੀ। ਲੰਬੇ ਸਮੇਂ ਦੀ ਟੱਕਰ ਦੇ ਬਾਵਜੂਦ ਅਸਾਂ ਦੋਹਾਂ ਸਮੱਸਿਆਵਾਂ ਨੂੰ ਸ਼ਾਂਤੀ ਦੀ ਪੁੱਠ ਨਾਲ ਨਜਿੱਠਿਆ। ਡੰਡੀ। ਇਸ ਦੇ ਫਲਸਰੂਪ ਅਸੀਂ ਨਾ ਕੇਵਲ ਸਮੱਸਿਆਵਾਂ ਹੱਲ ਕੀਤੀਆਂ, ਸਗੋਂ ਪਰਸਪਰ
ਸੂਝ ਬੂਝ ਤੇ ਮਿੱਤਰਤਾ ਪੈਦਾ ਕੀਤੀ ਡੰਡੀ। ਰਾਸ਼ਟਰਾਂ ਦੇ ਸੰਕਟ ਵਾਸਤੇ ਅਸੀਂ ਇਸ ਮਹਾਨ ਉਦਾਹਰਣ ਨੂੰ ਹਮੇਸ਼ਾ ਯਾਦ ਰੱਖਾਂਗੇ ਡੰਡੀ। ਇਹ ਸਮੱਸਿਆਵਾਂ ਦਾ ਇੱਕੋ ਇੱਕ ਸੁਲਝਿਆ ਨਜ਼ਰੀਆ ਹੈ ਜਿਸ ਨਾਲ ਪਿੱਛੋਂ ਦਵੈਤ ਜਾਂ ਕੁੜੱਤਣ ਨਹੀਂ ਰਹਿੰਦੀ ਡੰਡੀ। ਸਟਾਰਟ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਰਾਜ ਭਾਸ਼ਾ ਐਕਟ ਦੇ ਲਾਗੂ ਹੋਣ ਉਪਰੰਤ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਨਿਪਟਾਉਣ ਲਈ ਕੇਵਲ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਡੰਡੀ। ਪੰਜਾਬ ਰਾਜ ਵਿੱਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਦਾ ਇਹ ਫਰਜ਼ ਹੀ ਨਹੀਂ ਸਗੋਂ ਧਰਮ ਵੀ ਹੋਣਾ ਚਾਹੀਦਾ ਹੈ ਕਿ ਉਹ ਸਰਕਾਰੀ ਕੰਮਕਾਜ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਕਰਨ, ਜਿਹੜੀ ਕਿ ਇੱਕ ਸਰਲ ਅਤੇ ਮਿੱਠੀ ਭਾਸ਼ਾ ਹੈ ਡੰਡੀ। ਸਰਕਾਰ ਵੱਲੋਂ ਮਾਤ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਹਿੱਤ ਪੂਰੇ ਪੰਜਾਬ ਅੰਦਰ ਵਿਭਾਗਾਂ ਵੱਲੋਂ ਹਰ ਸਾਲ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾਵੇ, ਜਿਸ ਦੌਰਾਨ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਅਦਾਰਿਆਂ ਅਤੇ ਹੇਠਲੀਆਂ ਅਦਾਲਤਾਂ ਵੱਲੋਂ ਪੰਜਾਬੀ ਮਾਹ ਸੰਬੰਧੀ ਪ੍ਰੋਗਰਾਮ ਉਲੀਕੇ ਜਾਣ ਡੰਡੀ। ਇਹਨਾਂ ਪ੍ਰੋਗਰਾਮਾਂ ਦੌਰਾਨ ਸਾਹਿਤ ਸਿਰਜਣ, ਕਵਿਤਾ, ਸ਼ਬਦ ਗਾਇਨ, ਨਾਟਕ ਅਤੇ ਸੱਭਿਆਚਾਰਕ ਮੁਕਾਬਲੇ ਆਦਿ ਕਰਵਾਏ ਜਾ ਸਕਦੇ ਹਨ ਡੰਡੀ। ਪੰਜਾਬੀ ਨੂੰ ਹੋਰ ਹਰਮਨ ਪਿਆਰਾ ਬਣਾਉਣ ਦੇ ਮੰਤਵ ਨਾਲ ਦਫ਼ਤਰ ਦੇ ਮੁੱਖ ਗੇਟਾਂ 'ਤੇ ਕੱਪੜੇ ਦੇ ਬੈਨਰਾਂ 'ਤੇ ਪੰਜਾਬੀ ਦੀ ਮਹੱਤਤਾ ਤੇ ਵਿਸ਼ੇਸ਼ਤਾ ਦਰਸਾਉਂਦੀਆਂ ਟੂਕਾਂ ਤੇ ਕੋਟੇਸ਼ਨਾਂ ਲਿਖਵਾਈਆਂ ਜਾਣ ਡੰਡੀ। ਪੰਜਾਬੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇ ਤਾਂ ਜੋ ਕਰਮਚਾਰੀ ਤੇ ਅਧਿਕਾਰੀ ਸ਼ੁੱਧ, ਸਰਲ ਤੇ ਪ੍ਰਮਾਣਿਕ ਪੰਜਾਬੀ ਲਿਖਣ ਦੇ ਨਾਲ ਨਾਲ ਵਿਸ਼ਰਾਮ ਚਿੰਨ੍ਹਾਂ ਤੇ ਲਿਖਤ ਸੁੰਦਰਤਾ ਵੱਲ ਧਿਆਨ ਦਿੰਦੇ ਹੋਏ ਪੰਜਾਬੀ ਨੂੰ ਹੋਰ ਵਧੇਰੇ ਠੁੱਕਦਾਰ ਤੇ ਮੰਤਵਪੂਰਨ ਬਣਾਉਣ ਵਿੱਚ ਯੋਗ ਭੂਮਿਕਾ ਨਿਭਾਉਣ ਡੰਡੀ। ਰਾਜ ਸਰਕਾਰ ਦੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਅਦਾਰਿਆਂ ਅਤੇ ਹੇਠਲੀਆਂ ਅਦਾਲਤਾਂ ਨੂੰ ਇਹ ਨਿਰਦੇਸ਼ ਵੀ ਕੀਤੇ ਜਾਣ ਕਿ ਹਰ ਅਧਿਕਾਰੀ ਅਤੇ ਕਰਮਚਾਰੀ ਸਮੇਤ ਹਰ ਦਫ਼ਤਰ ਦੇ ਨਾਂ ਪਲੇਟ, ਸਾਈਨ ਬੋਰਡ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਲਿਖੇ ਜਾਣ ਡੰਡੀ। ਇਸ ਨਾਲ ਸਰਕਾਰੀ ਦਫ਼ਤਰਾਂ ਵਿੱਚ ਪ੍ਰਵੇਸ਼ ਕਰਦੇ ਸਮੇਂ ਹਰ ਇੱਕ ਵਿਅਕਤੀ ਨੂੰ ਇਸ ਗੱਲ ਦਾ ਅਨੁਭਵ ਹੋਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਤ ਭਾਸ਼ਾ ਨੂੰ ਸਹੀ ਰੂਪ ਵਿੱਚ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਡੰਡੀ। ਆਪਾਂ ਸਾਰਿਆਂ ਦੀ ਇਹ ਮਨੋ ਇੱਛਾ ਹੈ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਹੋਰ ਪ੍ਰਫੁੱਲਤ ਹੋਵੇ ਅਤੇ ਇਸ ਦੀ ਨਿਵੇਕਲੀ ਪਛਾਣ ਬਣੇ ਡੰਡੀ। ਪੰਜਾਬੀ ਭਾਸ਼ਾ ਸਾਡੇ ਸਾਹਿਤ ਅਤੇ ਸੱਭਿਆਚਾਰ ਦੀ ਜਿੰਦ ਜਾਨ ਅਤੇ ਮੂਲ ਆਧਾਰ ਹੈ ਡੰਡੀ। ਇੱਥੇ ਇਹ ਵੀ ਲਿਖਿਆ ਜਾਂਦਾ ਹੈ ਕਿ ਜਦੋਂ ਕਦੇ ਤੁਸੀਂ ਜਾਂ ਤੁਹਾਡੇ ਅਧੀਨ ਕੰਮ ਕਰਦਾ ਕੋਈ ਅਧਿਕਾਰੀ ਅਧੀਨ ਦਫ਼ਤਰਾਂ ਦੇ ਕੰਮਕਾਜ ਦੀ ਨਿਗਰਾਨੀ ਜਾਂ ਅਗਵਾਈ ਲਈ ਸਰਕਾਰੀ ਦੌਰੇ 'ਤੇ ਜਾਂਦਾ ਹੈ ਤਾਂ ਉਸ ਦਫ਼ਤਰ ਦੇ ਹੋਰਨਾਂ ਕੰਮਕਾਰਾਂ ਤੋਂ ਇਲਾਵਾ ਸਰਕਾਰ ਦੀ ਭਾਸ਼ਾ ਨੀਤੀ ਦੀ ਪਾਲਣਾ ਦੇ ਨਜ਼ਰੀਏ ਤੋਂ ਵੀ ਉਸ ਦਫ਼ਤਰ ਦੇ ਕੰਮਕਾਜ 'ਤੇ ਨਜ਼ਰਸਾਨੀ ਕਰਨ ਦੀ ਖੇਚਲ ਕੀਤੀ ਜਾਏ ਡੰਡੀ। ਅਜਿਹਾ ਕਰਨ ਨਾਲ ਤੁਸੀਂ ਪੰਜਾਬ ਸਰਕਾਰ ਦੀ ਭਾਸ਼ਾ ਨੀਤੀ ਨੂੰ ਵਧੇਰੇ ਅਸਰਦਾਇਕ ਢੰਗ ਨਾਲ ਲਾਗੂ ਕਰਨ ਵਿੱਚ ਜ਼ਰੂਰ ਸਹਾਈ ਹੋਵੋਗੇ ਡੰਡੀ।
ਛੋਟੀਆਂ ਬਚਤਾਂ ਦੀ ਲਹਿਰ ਲੋਕਾਂ ਨੂੰ ਆਪਣੀ ਮਦਦ ਆਪ ਕਰਨ ਦੀ ਜਾਚ ਦੱਸਣ ਦੇ ਢੰਗਾਂ ਵਿੱਚੋਂ ਇੱਕ ਮਹੱਤਵਪੂਰਨ ਹੈ। ਡੰਡੀ ਛੋਟੀਆਂ ਬਚਤਾਂ ਵਿੱਚ ਲੋਕਾਂ ਦੁਆਰਾ ਲਾਈ ਕੁੱਲ ਪੂੰਜੀ ਦਾ 2/3 ਭਾਗ ਰਾਜ ਸਰਕਾਰ ਨੂੰ ਭਾਰਤ ਸਰਕਾਰ ਤੋਂ ਵਿਆਜੀ ਕਰਜ਼ੇ ਵਜੋਂ ਮਿਲਦਾ ਹੈ, ਜੋ ਰਾਜ ਵਿਚਲੇ ਵਿਕਾਸ ਕਾਰਜਾਂ ਲਈ ਵਰਤਿਆ ਜਾਂਦਾ ਹੈ। ਡੰਡੀ ਛੋਟੀਆਂ ਬਚਤਾਂ ਦੀ ਸਕੀਮ ਨੇ ਤਿੰਨਾਂ ਯੋਜਨਾਵਾਂ ਦੇ ਦੌਰਾਨ ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਲਈ ਸਾਧਨ ਜੁਟਾਉਣ ਲਈ ਮਹੱਤਵਪੂਰਨ ਹਿੱਸਾ ਪਾਇਆ ਹੈ। ਡੰਡੀ ਇਸ ਤਰ੍ਹਾਂ ਲਗਾਈ ਗਈ ਰਕਮ ਪਹਿਲੀ ਯੋਜਨਾ ਵਿੱਚ 26 ਕਰੋੜ, ਦੂਜੀ ਯੋਜਨਾ ਵਿੱਚ 34 ਕਰੋੜ ਅਤੇ ਤੀਜੀ ਯੋਜਨਾ ਵਿੱਚ 39.82 ਕਰੋੜ ਸੀ। ਡੰਡੀ ਚੌਥੀ 5 ਸਾਲਾ ਯੋਜਨਾ ਦੇ ਦੌਰਾਨ ਪੰਜਾਬ ਰਾਜ ਨੂੰ ਛੋਟੀਆਂ ਬਚਤਾਂ ਦੇ ਸੰਬੰਧ ਵਿੱਚ 24 ਕਰੋੜ ਰੁਪਏ ਦੀ ਲੋੜ ਹੈ। ਡੰਡੀ ਸਾਲ 1968-69 ਦੇ ਦੌਰਾਨ ਛੋਟੀਆਂ ਬਚਤਾਂ ਦੀ ਲਹਿਰ ਨੂੰ ਕਾਫੀ ਧੱਕਾ ਲੱਗਾ, ਕਿਉਂਕਿ ਉਸ ਸਾਲ ਕੇਵਲ 102 ਲੱਖ ਰੁਪਏ ਦੀ ਰਕਮ ਲਗਾਈ ਗਈ, ਜਦੋਂ ਕਿ ਟੀਚਾ 750 ਲੱਖ ਰੁਪਏ ਦਾ ਸੀ। ਡੰਡੀ ਪਰ ਚਾਲੂ ਸਾਲ ਵਿੱਚ ਸਥਿਤੀ ਕਾਫੀ ਚੰਗੀ ਹੈ, ਕਿਉਂਕਿ ਜਨਵਰੀ 1970 ਦੇ ਅੰਤ ਤੱਕ 278.04 ਲੱਖ ਰੁਪਏ ਦੀਆਂ ਨਵੀਆਂ ਰਕਮਾਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਹਨ। ਡੰਡੀ ਪਿਛਲੇ ਸਾਲ ਇਸੇ ਹੀ ਸਮੇਂ ਦੌਰਾਨ ਅਰਥਾਤ ਜਨਵਰੀ 1969 ਦੇ ਅੰਤ ਤੱਕ 52.92 ਲੱਖ ਰੁਪਏ ਹੀ ਜਮ੍ਹਾਂ ਹੋਏ ਹਨ। ਡੰਡੀ ਇਹਨਾਂ ਰਕਮਾਂ ਵਿੱਚ ਪਹਿਲੀਆਂ ਜਮ੍ਹਾਂ ਰਕਮਾਂ ਦਾ ਬਣਦਾ ਸਾਲਾਨਾ ਵਿਆਜ ਸ਼ਾਮਲ ਨਹੀਂ ਹੈ, ਜਿਸ ਦੀ ਔਸਤ ਰਕਮ 380 ਲੱਖ ਰੁਪਏ ਬਣਦੀ ਹੈ। ਡੰਡੀ ਪਾਰਾ ਚਾਲੂ ਵਿੱਤੀ ਸਾਲ ਦੇ ਬਾਕੀ ਦੇ ਸਮੇਂ ਦੇ ਦੌਰਾਨ ਸਵੈ ਇੱਛਕ ਆਧਾਰ 'ਤੇ ਵਧੇਰੇ ਰਕਮ ਇਕੱਠੀ ਕਰਨ ਲਈ ਇਸ ਲਹਿਰ ਦੇ ਆਧਾਰ ਨੂੰ ਵਧਾਉਣ ਅਤੇ ਬੱਚਤ ਸੰਬੰਧੀ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਲਿਜਾਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਡੰਡੀ ਜ਼ਿਲ੍ਹਾ ਬੱਚਤ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ ਅਤੇ ਕਈ ਰਾਜਸੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਇਸ ਲਹਿਰ ਨਾਲ ਸੰਬੰਧਿਤ ਕੀਤਾ ਗਿਆ ਹੈ। ਡੰਡੀ ਛੇਤੀ ਹੀ ਰਾਸ਼ਟਰੀ ਬੱਚਤ ਰਾਜ ਸਲਾਹਕਾਰ ਬੋਰਡ ਦੀ ਇੱਕ ਇਕੱਤਰਤਾ ਬੁਲਾਈ ਜਾ ਰਹੀ ਹੈ, ਜਿਸ ਵਿੱਚ ਇਹ ਆਸ ਕੀਤੀ ਜਾਂਦੀ ਹੈ ਕਿ ਗੈਰ ਸਰਕਾਰੀ ਪੱਧਰ 'ਤੇ ਬੋਰਡ ਅਤੇ ਲੋੜੀਂਦੀ ਅਗਵਾਈ ਦੇਵੇਗਾ, ਜਿਸ ਨਾਲ ਅੰਦੋਲਨ ਨੂੰ ਵਧੇਰੇ ਉਤਸ਼ਾਹ ਮਿਲੇਗਾ। ਡੰਡੀ ਅਪ੍ਰੈਲ ਜਨਵਰੀ 1970 ਦੇ ਸਮੇਂ ਦੇ ਦੌਰਾਨ ਸੰਚਿਤ ਸਮਾਂ ਜਮ੍ਹਾਂ ਰਕਮਾਂ ਅਤੇ ਡਾਕ ਘਰ ਬੱਚਤ ਬੈਂਕ ਵਿੱਚ ਰਕਮਾਂ ਇਕੱਠੀਆਂ ਕਰਨ ਵਿੱਚ ਕਾਫੀ ਤਰੱਕੀ ਹੋਈ ਹੈ, ਜੋ ਪਿਛਲੇ ਸਾਲ ਦੇ ਦੌਰਾਨ -326.99 ਲੱਖ ਤੋਂ 32.49 ਲੱਖ ਅਤੇ -25.63 ਤੋਂ ਵੱਧ ਕੇ 118.02 ਲੱਖ ਰੁਪਏ ਹੋ ਗਈਆਂ। ਡੰਡੀ ਇਸ ਸੰਬੰਧ ਵਿੱਚ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਛੋਟੀਆਂ ਬਚਤਾਂ ਦੀ ਲਹਿਰ ਇਸ ਸਾਲ ਰਾਜ ਦੇ ਵਿਕਾਸ ਲਈ ਮਹੱਤਵਪੂਰਨ ਸਾਧਨ ਜੁਟਾਏਗੀ। ਡੰਡੀ ਇਸ ਧਰਤੀ 'ਤੇ ਵਿਚਰਦਿਆਂ ਹੋਇਆਂ ਮਨੁੱਖ ਨੇ ਕਈ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਅਤੇ ਸ਼ਾਨੋ ਸ਼ੌਕਤ ਦਾ ਬੇਸ਼ੁਮਾਰ ਸਮਾਨ ਇਵੇਂ ਇਕੱਤਰ ਕੀਤਾ ਹੋਇਆ ਹੈ, ਜਿਵੇਂ ਇਨਸਾਨ ਨੇ ਹਜ਼ਾਰਾਂ ਜਾਂ ਲੱਖਾਂ ਸਾਲ ਤੱਕ ਇਸ ਸੰਸਾਰ ਵਿੱਚ ਰਹਿਣਾ ਹੋਵੇ। ਡੰਡੀ ਹਰ ਇਨਸਾਨ ਇਸ ਹਕੀਕਤ ਅਤੇ ਸੱਚਾਈ ਤੋਂ ਭਲੀ ਭਾਂਤ ਵਾਕਫ ਹੈ ਕਿ ਸਾਡਾ ਜੀਵਨ ਅਸਥਾਈ ਹੈ ਅਤੇ ਇਸ ਦੀ ਮਿਆਦ ਦਾ ਬਿਲਕੁਲ
ਕੋਈ ਭਰੋਸਾ ਨਹੀਂ ਡੰਡੀ। ਇਸ ਸੱਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਾਇਆ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ, ਪਰੰਤੂ ਮਾਇਆ ਪਿੱਛੇ ਸ਼ੁਦਾਈ ਹੋਣ ਦੀ ਹਾਲਤ ਤੱਕ ਪੁੱਜ ਜਾਣਾ ਵਿਵੇਕ ਬੁੱਧੀ ਨਹੀਂ ਕਹੀ ਜਾ ਸਕਦੀ ਡੰਡੀ। ਸਾਡੇ ਸਮਾਜ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਜ਼ਿਆਦਾ ਧਨ ਕਮਾ ਕੇ ਕਈ ਹੈਕਟਰ ਜ਼ਮੀਨ, ਆਲੀਸ਼ਾਨ ਬੰਗਲੇ, ਕੋਠੀਆਂ, ਬਹੁ ਮੰਜ਼ਲਾ ਇਮਾਰਤਾਂ, ਕਾਰਖਾਨੇ ਅਤੇ ਭਾਂਤ-ਭਾਂਤ ਦੀਆਂ ਮੋਟਰ ਕਾਰਾਂ ਆਦਿ ਖਰੀਦ ਕੇ ਸ਼ਾਨੋ ਸ਼ੌਕਤ ਵਾਲਾ ਜੀਵਨ ਬਿਤਾਉਂਦਿਆਂ ਹੋਇਆਂ ਵੀ ਉਹ ਐਸੀਆਂ ਸਕੀਮਾਂ ਤੇ ਦਾਅ ਪੇਚ ਲਾਉਣ ਵਿੱਚ ਮਗਨ ਰਹਿੰਦੇ ਹਨ ਕਿ ਕਿਸ ਤਰ੍ਹਾਂ ਹੋਰ ਜ਼ਿਆਦਾ ਧਨ ਕਮਾਇਆ ਜਾਏ ਡੰਡੀ। ਐਸੀ ਸੋਚ ਕਈ ਅਫਸਰਾਂ, ਸਿਆਸੀ ਲੀਡਰਾਂ ਆਦਿ ਨੂੰ ਕਰਪਸ਼ਨ ਕਰਨ 'ਤੇ ਮਜਬੂਰ ਕਰਦੀ ਹੈ ਅਤੇ ਉਹਨਾਂ ਪਾਸ ਪਰਮਾਤਮਾ ਦਾ ਨਾਮ ਲੈਣ ਅਤੇ ਕੋਈ ਭਲੇ ਦਾ ਕੰਮ ਕਰਨ ਲਈ ਵੇਲ ਹੀ ਨਹੀਂ ਹੁੰਦੀ ਡੰਡੀ। ਐਸੇ ਕਈ ਮਰਦਾਂ ਅਤੇ ਇਸਤਰੀਆਂ ਨੂੰ ਇਹ ਮਾਣ ਹੈ ਕਿ ਉਹਨਾਂ ਪਾਸ ਸੋਨਾ, ਚਾਂਦੀ, ਹੀਰਿਆਂ ਦੇ ਗਹਿਣਿਆਂ, ਵਧੀਆ ਕੱਪੜਿਆਂ ਅਤੇ ਹੋਰ ਘਰੇਲੂ ਵਰਤਣਯੋਗ ਸਾਜੋ ਸਮਾਨ ਦੀ ਬਹੁਤਾਤ ਹੈ ਡੰਡੀ। ਇਸ ਤਰ੍ਹਾਂ ਦੇ ਕਈ ਵਿਅਕਤੀਆਂ ਨੇ ਬੇਈਮਾਨੀ ਜਾਂ ਕਰਪਸ਼ਨ ਦਾ ਸਹਾਰਾ ਲੈਂਦਿਆਂ ਹੋਇਆਂ ਮਾਇਆ ਇੰਨੀ ਇਕੱਤਰ ਕਰ ਲਈ ਹੈ ਕਿ ਉਹ ਆਪਣੇ ਨੈਸ਼ਨਲ ਅਤੇ ਇੰਟਰਨੈਸ਼ਨਲ ਬੈਂਕ ਬੈਲੈਂਸ ਬਾਰੇ ਗੌਰਵਮਈ ਭਾਵਨਾ ਰੱਖਦੇ ਹਨ ਅਤੇ ਦੂਸਰੇ ਆਸ-ਪਾਸ ਦੇ ਲੋਕਾਂ ਨੂੰ ਤੁੱਛ ਜਿਹਾ ਸਮਝਦੇ ਹਨ ਡੰਡੀ ਭਾਰਾ। ਇਸ ਤਰ੍ਹਾਂ ਕਈ ਲੋਕਾਂ ਨੇ ਇਮਾਨਦਾਰੀ, ਮਿਹਨਤ ਜਾਂ ਗਲਤ ਤਰੀਕੇ ਨਾਲ ਇੰਨਾ ਧਨ ਕਮਾ ਲਿਆ ਹੈ ਅਤੇ ਕਾਰੋਬਾਰ ਇੰਨਾ ਵਧਾ ਲਿਆ ਹੈ ਕਿ ਉਹ ਇਸ ਮਾਇਆ ਜਾਲ ਵਿੱਚ ਹੀ ਉਲਝੇ ਪਏ ਹਨ ਡੰਡੀ। ਇਹਨਾਂ ਅਮੀਰ ਲੋਕਾਂ ਦੇ ਜਾਤੀ ਸੁੱਖਾਂ ਦਾ ਖਿਆਲ ਰੱਖਣ ਲਈ ਉਹਨਾਂ ਦੇ ਘਰਾਂ ਵਿੱਚ ਕਈ ਨੌਕਰ ਇੰਨਾ ਜ਼ਿਆਦਾ ਕੰਮ ਕਰਦੇ ਹਨ ਕਿ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਸਿਰ ਖੁਰਕਣ ਜਾਂ ਆਰਾਮ ਨਾਲ ਬੈਠ ਕੇ ਥੋੜ੍ਹੀ ਦੇਰ ਲਈ ਸੁਸਤਾ ਲੈਣ ਅਰਥਾਤ ਸਾਹ ਲੈਣ ਦੀ ਵੀ ਵੇਲ ਨਹੀਂ ਡੰਡੀ। ਕਹਿਣ ਦਾ ਭਾਵ ਹੈ ਕਿ ਐਸੇ ਅਮੀਰ ਲੋਕ ਜੋ ਮਾਇਆ ਕਮਾਉਣ ਦੇ ਆਹਰ ਵਿੱਚ ਰੁੱਝੇ ਹੋਏ ਹਨ ਅਤੇ ਜੀਵਨ ਦੇ ਦੂਸਰੇ ਪਹਿਲੂਆਂ ਤੋਂ ਅਵੇਸਲੇ ਹਨ, ਉਹ ਇਨਸਾਨੀ ਜੀਵਨ ਦੀ ਸੱਚਾਈ ਅਤੇ ਅਸਲੀਅਤ ਤੋਂ ਅਣਜਾਣ ਅਤੇ ਬਹੁਤ ਦੂਰ ਹਨ ਡੰਡੀ। ਰੁੱਖਾਂ ਦਾ ਮਨੁੱਖੀ ਜੀਵਨ ਨਾਲ ਬਹੁਤ ਡੂੰਘਾ ਸੰਬੰਧ ਹੈ ਡੰਡੀ। ਜੇਕਰ ਇਹ ਕਿਹਾ ਜਾਵੇ ਕਿ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਡੰਡੀ। ਇਸ ਸੰਬੰਧ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖੀ ਜੀਵਨ ਲਈ ਸ਼ੁੱਧ ਹਵਾ, ਜਿਸ ਨੂੰ ਦੂਜੇ ਸ਼ਬਦਾਂ ਵਿੱਚ ਆਕਸੀਜਨ ਕਿਹਾ ਜਾਂਦਾ ਹੈ, ਦੀ ਲੋੜ ਹੁੰਦੀ ਹੈ ਡੰਡੀ। ਆਕਸੀਜਨ ਲਈ ਮਨੁੱਖ ਰੁੱਖਾਂ ਦਾ ਮੁਹਤਾਜ ਹੈ ਡੰਡੀ। ਮਨੁੱਖ ਸਾਹ ਲੈਣ ਲਈ ਆਕਸੀਜਨ ਅੰਦਰ ਖਿੱਚਦਾ ਹੈ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ ਡੰਡੀ। ਰੁੱਖ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲ ਦਿੰਦੇ ਹਨ ਅਤੇ ਇਸ ਤਰ੍ਹਾਂ ਹਵਾ ਦੇ ਚੱਕਰ ਨੂੰ ਸੰਤੁਲਿਤ ਬਣਾਈ ਰੱਖਦੇ ਹਨ ਡੰਡੀ। ਦੂਜੀ ਗੱਲ ਇਹ ਹੈ ਕਿ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਗੁੱਲੀ ਅਤੇ ਕੁੱਲੀ ਦੋ ਮਹੱਤਵਪੂਰਨ ਲੋੜਾਂ ਹਨ ਡੰਡੀ। ਗੁੱਲੀ ਭਾਵ ਭੋਜਨ ਦੇ ਰੂਪ ਵਿੱਚ ਰੁੱਖਾਂ ਤੋਂ ਫਲ ਪ੍ਰਾਪਤ ਹੁੰਦੇ ਹਨ ਅਤੇ ਕੁੱਲੀ ਭਾਵ ਮਕਾਨ ਦੀ ਉਸਾਰੀ ਲਈ ਰੁੱਖਾਂ ਤੋਂ
ਇਮਾਰਤੀ ਲੱਕੜੀ ਪ੍ਰਾਪਤ ਹੁੰਦੀ ਹੈ। ਡੰਡੀ। ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖ ਕਈ ਕਿਸਮ ਦੀਆਂ ਦਵਾਈਆਂ ਲਈ ਬੜੀ ਮਹੱਤਤਾ ਰੱਖਦੇ ਹਨ। ਡੰਡੀ। ਇਸ ਦੇ ਨਾਲ ਹੀ ਕਾਗਜ਼, ਗੂੰਦ, ਗੰਦਾ ਬਰੋਜਾ, ਤਾਰਪੀਨ ਦਾ ਤੇਲ, ਰਬੜ, ਖੇਡਾਂ ਦਾ ਸਮਾਨ ਅਤੇ ਦੀਆ ਸਿਲਾਈ ਆਦਿ ਦੇ ਉਦਯੋਗਾਂ ਲਈ ਅਸੀਂ ਰੁੱਖਾਂ 'ਤੇ ਹੀ ਨਿਰਭਰ ਕਰਦੇ ਹਾਂ। ਡੰਡੀ। ਇਸ ਤਰ੍ਹਾਂ ਰੁੱਖ ਲੱਖਾਂ ਲੋਕਾਂ ਦੇ ਰੁਜ਼ਗਾਰ ਅਤੇ ਉਪਜੀਵਿਕਾ ਦਾ ਸਾਧਨ ਬਣੇ ਹੋਏ ਹਨ। ਡੰਡੀ। ਇਸ ਕਰਕੇ ਜੰਗਲਾਂ ਨੂੰ ਦੇਸ਼ ਦੀ ਵਣ ਸੰਪਤੀ ਕਿਹਾ ਜਾਂਦਾ ਹੈ। ਡੰਡੀ। ਇਸ ਲਈ ਰੁੱਖਾਂ ਦਾ ਪਾਲਣਾ ਅਤੇ ਸੁਰੱਖਿਆ ਦੇਸ਼ ਦੀ ਸੇਵਾ ਹੈ। ਡੰਡੀ। ਇਹੀ ਕਾਰਨ ਹੈ ਕਿ ਰੁੱਖ ਲਗਾਉਣ ਲਈ ਸਰਕਾਰ ਵੱਲੋਂ ਹਰ ਸਾਲ ਵਰਖਾ ਰੁੱਤ ਵਿੱਚ ਵਣ ਮਹਾਂ ਉਤਸਵ ਮਨਾਇਆ ਜਾਂਦਾ ਹੈ। ਡੰਡੀ। ਸਟਾਰਟ। ਸਾਫ ਸੁਥਰੀ ਪੁਸ਼ਾਕ ਵਿੱਚ ਨਿਖਰੇ ਹੋਏ ਚਿਹਰੇ ਵਾਲਾ ਵਿਅਕਤੀ ਹਰੇਕ ਨੂੰ ਚੰਗਾ ਲੱਗਦਾ ਹੈ, ਪਰ ਜੇ ਉਸ ਦੇ ਮਨ ਵਿੱਚ ਛਲ ਕਪਟ, ਕਮੀਨਗੀ ਜਾਂ ਬੇਈਮਾਨੀ ਦਾ ਵਾਸਾ ਹੋਵੇ ਤਾਂ ਉਸ ਨੂੰ ਲੋਕ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਹਨ। ਡੰਡੀ। ਬਾਹਰਲੀ ਮੈਲ ਵਾਂਗ ਮਨੁੱਖ ਦੀ ਅੰਦਰੂਨੀ ਮੈਲ ਵੀ ਕਿਸੇ ਨੂੰ ਪ੍ਰਵਾਨ ਨਹੀਂ ਹੁੰਦੀ। ਡੰਡੀ। ਜਿੱਥੇ ਤਨ ਦੀ ਮੈਲ ਸਰੀਰਕ ਰੋਗ ਪੈਦਾ ਕਰਦੀ ਹੈ, ਉੱਥੇ ਮਨ ਦੀ ਮੈਲ ਮਨੁੱਖ ਦੀ ਸ਼ਖਸੀਅਤ ਨੂੰ ਹੀ ਰੋਗੀ ਨਹੀਂ ਬਣਾਉਂਦੀ, ਸਗੋਂ ਛੂਤ ਦੀ ਬਿਮਾਰੀ ਵਾਂਗ ਉਸ ਦੀਆਂ ਮਾਨਸਿਕ ਬੁਰਾਈਆਂ ਦੀ ਲਾਗ ਥੋੜ੍ਹੀ ਬਹੁਤ ਦੂਜਿਆਂ ਨੂੰ ਵੀ ਲੱਗ ਜਾਂਦੀ ਹੈ। ਡੰਡੀ। ਸਨਅਤੀ ਵਿਕਾਸ ਦੇ ਨਾਲ ਨਾਲ ਸਮਾਜਿਕ ਖੁਸ਼ਹਾਲੀ ਵਿੱਚ ਵੀ ਵਾਧਾ ਹੋਇਆ ਹੈ। ਡੰਡੀ। ਜਿੱਥੇ ਨਿੱਕੇ ਵੱਡੇ ਉਦਯੋਗ ਦਿਨ ਰਾਤ ਜ਼ਰੂਰਤ ਵਾਲੀਆਂ ਵਸਤਾਂ ਦੇ ਉਤਪਾਦਨ ਦੇ ਨਾਲ ਨਾਲ ਕੂੜਾ ਕਰਕਟ ਜਾਂ ਫਾਲਤੂ ਪਦਾਰਥ ਪੈਦਾ ਕਰਦੇ ਹਨ, ਉੱਥੇ ਖੁਸ਼ਹਾਲੀ ਦਾ ਚਿੰਨ੍ਹ ਮੰਨੀਆਂ ਜਾਂਦੀਆਂ ਖਪਤਯੋਗ ਵਸਤੂਆਂ ਦੀ ਬਹੁਲਤਾ ਕਾਰਨ ਵੀ ਕੂੜੇ ਕਰਕਟ ਦੀ ਮਾਤਰਾ ਵਿੱਚ ਕਈ ਗੁਣਾ ਵਾਧਾ ਹੋ ਗਿਆ ਹੈ ਅਤੇ ਲਗਾਤਾਰ ਹੋਰ ਹੁੰਦਾ ਜਾ ਰਿਹਾ ਹੈ। ਡੰਡੀ। ਖੁਸ਼ਹਾਲੀ ਦਾ ਦੂਜਾ ਪਹਿਲੂ ਆਵਾਜਾਈ ਵਿੱਚ ਤੇਜ਼ੀ ਹੈ, ਜੋ ਵਾਹਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਤੋਂ ਪ੍ਰਗਟ ਹੁੰਦੀ ਹੈ। ਡੰਡੀ। ਇਹਨਾਂ ਨਾਲ ਮਨੁੱਖਾਂ ਦੀ ਗਤੀਮਾਨਤਾ ਤਾਂ ਤੇਜ਼ ਰਫ਼ਤਾਰ ਵਾਲੀ ਹੋ ਗਈ ਹੈ, ਪਰ ਲੱਖਾਂ ਕਰੋੜਾਂ ਵਾਹਨਾਂ ਵੱਲੋਂ ਛੱਡੇ ਜਾ ਰਹੇ ਧੂੰਏਂ ਦੀ ਮਾਤਰਾ ਵਾਯੂਮੰਡਲ ਨੂੰ ਪਲੀਤ ਕਰਨ ਦਾ ਬਹੁਤ ਵੱਡਾ ਕਾਰਨ ਬਣੀ ਹੋਈ ਹੈ। ਡੰਡੀ। ਇਸ ਪ੍ਰਕਾਰ ਮਿੱਟੀ, ਪਾਣੀ ਅਤੇ ਹਵਾ ਪਲੀਤ ਹੋ ਚੁੱਕਣ ਕਾਰਨ ਪ੍ਰਦੂਸ਼ਣ ਦੀ ਇਹ ਮਾਤਰਾ ਚਿੰਤਾਜਨਕ ਹੱਦ ਤੱਕ ਵੱਧ ਚੁੱਕੀ ਹੈ। ਡੰਡੀ। ਇਹਨਾਂ ਕਾਰਨ ਖੁਰਾਕੀ ਪਦਾਰਥ ਵੀ ਪ੍ਰਦੂਸ਼ਿਤ ਹੋ ਰਹੇ ਹਨ, ਜਿਨ੍ਹਾਂ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਪੈਦਾ ਹੋ ਗਈਆਂ ਹਨ। ਡੰਡੀ। ਮਨੁੱਖ ਨੂੰ ਆਪਣੀ ਖੁਸ਼ਹਾਲੀ ਦੀ ਵੱਡੀ ਕੀਮਤ ਪ੍ਰਦੂਸ਼ਣ ਦੇ ਰੂਪ ਵਿੱਚ ਚੁਕਾਉਣੀ ਪੈ ਰਹੀ ਹੈ। ਡੰਡੀ। ਕੁਝ ਸਾਲਾਂ ਤੋਂ ਪ੍ਰਦੂਸ਼ਣ ਦੀ ਵਿਕਰਾਲ ਸਮੱਸਿਆ ਬਾਰੇ ਚੇਤਨਤਾ ਵੀ ਵਧੀ ਹੈ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਵਿਆਪਕ ਯਤਨ ਕੀਤੇ ਜਾਣ ਲੱਗ ਪਏ ਹਨ। ਡੰਡੀ। ਇਹਨਾਂ ਯਤਨਾਂ ਵਿੱਚ ਕਾਰਖਾਨਿਆਂ ਤੇ ਵਾਹਨਾਂ ਵਿੱਚੋਂ ਨਿਕਲਣ ਵਾਲੇ ਧੂੰਏਂ ਦੀ ਮਾਤਰਾ ਘਟਾਉਣ, ਦਰਿਆਵਾਂ ਨੂੰ ਸਾਫ਼ ਕਰਨ ਅਤੇ ਕੂੜਾ ਕਰਕਟ ਸਮੇਟਣ ਦੇ ਨਵੇਂ ਤੇ ਕਾਰਗਰ ਸਾਧਨ ਸ਼ਾਮਲ ਹਨ। ਡੰਡੀ। ਇਹਨਾਂ ਸਾਧਨਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਖੋਜਾਂ ਜਾਰੀ ਹਨ। ਡੰਡੀ। ਪ੍ਰਦੂਸ਼ਣ ਦੀ ਸਮੱਸਿਆ ਸਾਡੇ ਦੇਸ਼ ਵਿੱਚ ਵੀ
कोई घट नहीं डंडी। कुछ साल पहला गंगा दरिया ਨੂੰ ਸਾਫ਼ ਕਰਨ ਦੀ ਬਹੁਤ ਵੱਡੀ ਯੋਜਨਾ ਬਣਾਈ ਗਈ ਸੀ, ਜੋ ਅਜੇ ਕੇਵਲ ਕੁਝ ਥਾਵਾਂ ਉੱਤੇ ਅੰਸ਼ਕ ਰੂਪ ਵਿੱਚ ਹੀ ਲਾਗੂ ਹੋ ਸਕੀ ਹੈ ਡੰਡੀ। ਪੰਜਾਬ ਦੇ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਗੰਗਾ ਦਰਿਆ ਨੂੰ ਸਾਫ਼ ਕਰਨ ਦੀ ਯੋਜਨਾ ਦੇ ਆਧਾਰ ਉੱਤੇ ਸਤਲੁਜ ਦਰਿਆ ਨੂੰ ਸਾਫ਼ ਕਰਨ ਦੀ ਯੋਜਨਾ ਬਣਾਈ ਹੈ ਡੰਡੀ। ਦਰਿਆ ਸਤਲੁਜ ਵਿੱਚ ਲੁਧਿਆਣਾ, ਫਿਲੌਰ, ਫਗਵਾੜਾ ਦੇ ਸ਼ਹਿਰਾਂ ਦਾ ਗੰਦਾ ਪਾਣੀ ਵੱਖ-ਵੱਖ ਥਾਵਾਂ ਉੱਤੇ ਆ ਕੇ ਰਲਦਾ ਹੈ, ਜੋ ਦਰਿਆ ਨੂੰ ਬੁਰੀ ਤਰ੍ਹਾਂ ਪਲੀਤ ਕਰ ਰਿਹਾ ਹੈ ਡੰਡੀ। ਇਸ ਤਰ੍ਹਾਂ ਇਸ ਦਰਿਆ ਦਾ ਪਾਣੀ ਮਨੁੱਖੀ ਵਰਤੋਂ ਦੇ ਅਯੋਗ ਹੋ ਗਿਆ ਹੈ ਡੰਡੀ। ਹੁਣ ਭਾਵੇਂ ਇਸ ਦੇ ਪਾਣੀ ਦੀ ਪੀਣ ਲਈ ਵਰਤੋਂ ਬਹੁਤ ਘੱਟ ਹੁੰਦੀ ਹੈ, ਪਰ ਕੱਪੜੇ ਧੋਣ, ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਸਿੰਜਾਈ ਆਦਿ ਲਈ ਵਰਤੋਂ ਨਿਰੰਤਰ ਜਾਰੀ ਹੈ ਡੰਡੀ। ਇਸ ਲਈ ਇਹਨਾਂ ਕਾਰਨਾਂ ਕਰਕੇ ਪਾਣੀ ਦਾ ਪ੍ਰਦੂਸ਼ਣ ਰਹਿਤ ਹੋਣਾ ਬਹੁਤ ਹੀ ਜ਼ਰੂਰੀ ਬਣ ਜਾਂਦਾ ਹੈ ਡੰਡੀ।